हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ 15 ਅਗਸਤ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਪਰ ਗੱਲ ਕਰਾਂਗੇ ਕਿ 15 ਅਗਸਤ 1947 ਦਾ ਇਹ ਸੁਨਹਿਰਾ ਦਿਨ ਕਿਵੇਂ ਕਾਲੇ ਦੌਰ ਵਿੱਚ ਬਦਲ ਗਿਆ ਸੀ ਤੇ ਇਹ ਆਜ਼ਾਦੀ ਦਾ ਉਹ ਸਮਾਂ ਕਿੰਨਾ ਕੁ ਦਰਦਨਾਕ ਰਿਹਾ ਹੋਵੇਗਾ। ਇਸ ਬਾਰੇ ਗੱਲ ਕਰਾਂਗੇ। ਕਿੰਨਾ ਲੋਕਾਂ ਕਾਰਨ ਇੱਕ ਇੰਨਾ ਵੱਡਾ ਦੇਸ਼ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੇ ਕਿਵੇਂ ਵੰਡ ਕੇ ਖਾਣ ਵਾਲੇ ਰਾਤੋਂ ਰਾਤ ਵੱਢ ਕੇ ਖਾਣ ਲੱਗੇ ਸੀ। ਇਸ ਬਾਰੇ ਤੁਹਾਨੂੰ ਇਸ ਵੀਡੀਓ ਵਿੱਚ ਪੂਰੀ ਤਰ੍ਹਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਅਸਲ ਵਿੱਚ ਸਾਡੇ ਦੇਸ਼ ਦੇ ਲੋਕਾਂ ਦੀ ਇਹ ਕਮੀ ਰਹੀ ਹੈ ਕਿ ਸਾਨੂੰ ਇਕੱਠੇ ਹੋਣਾ ਨਹੀਂ ਆਉਂਦਾ। ਬਾਹਰ ਤੋਂ ਆ ਕੇ ਲੋਕ ਸਾਨੂੰ ਲੜਾ ਵੀ ਸਕਦੇ ਨੇ ਤੇ ਸਾਡੇ ਤੇ ਰਾਜ ਵੀ ਕਰ ਸਕਦੇ ਨੇ, ਜੋ ਉਸ ਸਮੇਂ ਭਾਰਤ ਦੇ ਲੋਕਾਂ ਨਾਲ ਹੋਇਆ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਸਾਨੂੰ ਆਜ਼ਾਦੀ ਮਿਲੀ ਸੀ, ਪਰ ਇਹ ਬਟਵਾਰੇ ਨੂੰ ਕਰਨ ਦਾ ਨਿਰਣੇ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਿਆ ਸੀ। ਇਸ ਦੀ ਸ਼ੁਰੂਆਤ 3 ਜੂਨ 1947 ਨੂੰ ਹੁੰਦੀ ਹੈ ਜਦੋਂ ਲੂਇਸ ਮਾਊਂਟਬੈਟਨ ਵਾਇਸਰॉय ਨੇ ਆਜ਼ਾਦੀ ਦਾ ਪਲਾਨ ਰੇਡੀਓ ਉੱਤੇ ਅਨਾਉਂਸ ਕੀਤਾ ਸੀ। ਇਸ ਨੂੰ ਮਾਊਂਟਬੈਟਨ ਪਲਾਨ ਵੀ ਕਿਹਾ ਜਾਂਦਾ ਹੈ। A statement will be read to you tonight, giving the final decision of His Majesty's government as to the method by which power will be transferred from British to Indian hands. ਇਸ ਤੋਂ ਬਾਅਦ 5 ਜੁਲਾਈ 1947 ਇੰਡੀਪੈਂਡੈਂਟ ਇੰਡੀਆ ਐਕਟ ਪਾਸ ਕੀਤਾ ਗਿਆ। 18 ਜੁਲਾਈ 1947 ਨੂੰ ਕਿੰਗ ਆਫ ਬ੍ਰਿਟੇਨ ਨੇ ਇੰਡੀਪੈਂਡੈਂਟ ਐਕਟ ਨੂੰ ਇੰਪਰੂਵ ਕਰਕੇ ਪੱਕੀ ਆਜ਼ਾਦੀ ਦੀ ਮੋਹਰ ਲਗਾ ਦਿੱਤੀ। ਹੁਣ ਭਾਰਤ ਦੇ ਬਟਵਾਰੇ ਨੂੰ ਜੋ ਲੋਕ ਨਹੀਂ ਮੰਨਦੇ ਸੀ, ਜਾਂ ਕਹਿ ਲਓ ਕਿ ਉਹ ਕਹਿ ਰਹੇ ਸੀ ਕਿ ਇਹ ਬਟਵਾਰਾ ਨਹੀਂ ਹੋਣਾ ਚਾਹੀਦਾ, ਉਹਨਾਂ ਦੇ ਨਾਮ ਸੀ ਮਹਾਤਮਾ ਗਾਂਧੀ ਤੇ ਅਬਦੁਲ ਗਫਾਰ ਖਾਨ, ਤੇ ਜੋ ਇਸ ਬਟਵਾਰੇ ਨੂੰ ਲੈ ਕੇ ਖੁਸ਼ ਸੀ ਉਹਨਾਂ ਦੇ ਨਾਮ ਸੀ ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ। ਕਿਉਂਕਿ ਮੁਹੰਮਦ ਅਲੀ ਜਿਨਾਹ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਸੀ, ਪਰ ਉਹਨਾਂ ਦਾ ਇਹ ਸੁਪਨਾ ਭਾਰਤ ਵਿੱਚ ਪੂਰਾ ਨਹੀਂ ਹੋਣ ਵਾਲਾ ਸੀ, ਜਿਸ ਕਾਰਨ ਉਹ ਅਲੱਗ ਦੇਸ਼ ਚਾਹੁੰਦੇ ਸੀ ਜਿਸ ਦੇ ਉਹ ਪ੍ਰਧਾਨ ਮੰਤਰੀ ਬਣ ਸਕਣ। ਤੇ ਜਿਨਾਹ ਇਹ ਵੀ ਮੰਨਦਾ ਸੀ ਕਿ ਮੁਸਲਿਮ ਤੇ ਹਿੰਦੂਆਂ ਵਿੱਚ ਬਹੁਤ ਸਾਰੇ ਕਨਫਲਿਕਟ ਨੇ, ਜਿਸ ਕਾਰਨ ਉਹ ਆਪਸ ਵਿੱਚ ਇਕੱਠੇ ਨਹੀਂ ਰਹਿ ਸਕਦੇ। ਪਰ ਇਹ ਉਸਦੇ ਆਪਣੇ ਬਿਆਨ ਸੀ, ਪਰ ਹਰ ਕਿਸੇ ਦੀ ਇਹ ਸੋਚ ਨਹੀਂ ਸੀ, ਕਿਉਂਕਿ ਇਸ ਤੋਂ ਪਹਿਲਾਂ ਸਾਰੇ ਇਕੱਠੇ ਹੀ ਰਹਿੰਦੇ ਸੀ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਬਟਵਾਰਾ ਧਰਮ ਦੇ ਕਾਰਨ ਹੋਇਆ ਹੈ, ਪਰ ਇਸ ਤਰ੍ਹਾਂ ਨਹੀਂ ਸੀ। ਇਹ ਅੰਗਰੇਜ਼ਾਂ ਦੀ ਫੁੱਟ ਪਾਓ ਰਾਜ ਕਰੋ ਨੀਤੀ ਦੇ ਅਧੀਨ ਹੋਇਆ ਸੀ ਤੇ ਇਹ ਫੁੱਟ ਆਮ ਜਨਤਾ ਵਿੱਚ ਪਾਈ ਗਈ ਹੈ, ਨਾ ਕਿ ਉੱਤੇ ਵਾਲੇ ਅਲੱਗ-ਅਲੱਗ ਧਰਮ ਦੇ ਲੋਕਾਂ ਵਿੱਚ। ਉਹ ਇਕੱਠੇ ਰਹਿ ਕੇ ਰਾਜ ਕਰਨ ਲਈ ਥੱਲੇ ਵਾਲੇ ਲੋਕਾਂ ਨੂੰ ਲੜਾ ਰਹੇ ਸੀ। ਤੇ ਅੱਜ ਕੱਲ੍ਹ ਵੀ ਧਰਮਾਂ ਦੇ ਨਾਮ ਤੇ ਇਹ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ, ਜਦ ਕਿ 2% ਲੋਕਾਂ ਨੂੰ ਛੱਡ ਕੇ ਬਾਕੀ ਆਮ ਜਨਤਾ ਨੂੰ ਕਿਸੇ ਧਰਮ ਤੋਂ ਕੋਈ ਨਫ਼ਰਤ ਨਹੀਂ ਹੈ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਾਨੂੰ ਇੱਕ YouTube ਵੀਡੀਓਜ਼ ਲਈ ਐਡੀਟਰ ਦੀ ਲੋੜ ਹੈ। ਜੇਕਰ ਤੁਹਾਨੂੰ ਐਡੀਟਿੰਗ ਆਉਂਦੀ ਹੈ ਤਾਂ ਤੁਸੀਂ ਇਸ ਲਈ ਕਿਵੇਂ ਅਪਲਾਈ ਕਰਨਾ ਹੈ, ਇਹ ਵੀਡੀਓ ਦੇਖਦੇ ਰਹੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਜੋ ਸਾਡੀ ਪ੍ਰੋਬਲਮ ਦੀ ਜੜ ਸੀ ਉਸ ਬਾਰੇ। ਅਸਲੀ ਜੜ ਸੀ ਲਾਰਡ ਲਿੰਥਾਈਗਰੋ, ਜੋ ਕਿ 1936 ਤੋਂ 1944 ਤੱਕ ਵਾਇਸਰॉय ਰਿਹਾ ਸੀ। ਇਸ ਨੇ ਉਸ ਸਮੇਂ ਬਹੁਤ ਸਾਰੀ ਹਿਸਟਰੀ ਕਿਤਾਬਾਂ ਵਿੱਚ ਬਦਲ ਕੇ ਪੇਸ਼ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਨੇ ਦਿਖਾਇਆ ਕਿ ਕਿਵੇਂ ਇਤਿਹਾਸ ਵਿੱਚ ਹਿੰਦੂਆਂ ਨੇ ਮੁਸਲਿਮ ਰਾਜਿਆਂ ਦਾ ਵਿਰੋਧ ਕੀਤਾ। ਤੇ ਇਹ ਕੁਝ ਗੱਲਾਂ ਵੀ ਸੀ, ਜਿਵੇਂ ਜਿਨਾਹ ਦਾ ਅਲੱਗ ਦੇਸ਼ ਮੰਗਣਾ ਤੇ ਡਿਵਾਈਡ ਐਂਡ ਰੂਲ ਪਾਲਿਸੀ, ਇਹ ਬਟਵਾਰੇ ਦੇ ਕੁਝ ਕਾਰਨਾਂ ਵਿੱਚੋਂ ਇੱਕ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਕਾਰਨ ਸੀ ਅੰਗਰੇਜ਼ਾਂ ਲਈ, ਜਿਵੇਂ ਕਿ ਆਜ਼ਾਦੀ ਤੋਂ ਬਾਅਦ ਸਿੱਖ, ਮੁਸਲਿਮ ਤੇ ਹਿੰਦੂਆਂ ਦਾ ਇਕੱਠੇ ਰਹਿਣਾ ਦੂਜੇ ਦੇਸ਼ਾਂ ਲਈ ਖਤਰਾ ਹੋ ਸਕਦਾ ਸੀ, ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀ ਕਿ ਜੇਕਰ ਇਹ ਸਾਰੇ ਜਣੇ ਇਕੱਠੇ ਮਿਲ ਕੇ ਰਹਿਣ ਲੱਗੇ ਤਾਂ ਇਹਨਾਂ ਦਾ ਦਿਮਾਗ ਸਾਡੇ ਵੱਲ ਆਵੇਗਾ ਤੇ ਇਹ ਸਾਡੇ ਤੇ ਜ਼ਿਆਦਾ ਪ੍ਰਭਾਵਸ਼ਾਲੀ ਹੋਣਗੇ ਜੇਕਰ ਇਹ ਇਕੱਠੇ ਰਹਿਣਗੇ। ਇਹਨਾਂ ਨੂੰ ਆਪਸ ਵਿੱਚ ਵੰਡ ਦਿਓ ਤੇ ਲੜਾ ਦਿਓ, ਤਾਂ ਜੋ ਇਹ ਆਪਣੇ ਆਪ ਵਿੱਚ ਹੀ ਫਸੇ ਰਹਿਣ ਤੇ ਵਰਲਡ ਲੈਵਲ ਤੇ ਜੋ ਚੀਜ਼ਾਂ ਅਸੀਂ ਕਰੀਏ ਉਹਨਾਂ ਵੱਲ ਇਹਨਾਂ ਦਾ ਧਿਆਨ ਹੀ ਨਾ ਆਵੇ। ਤੇ ਜੇਕਰ ਹੁਣ ਗੱਲ ਕਰੀਏ ਅੰਗਰੇਜ਼ਾਂ ਦੁਆਰਾ ਭਾਰਤ ਦੀ ਸੱਤਾ ਛੱਡਣ ਦੀ ਤਰੀਕ 6 ਜੂਨ 1948 ਰੱਖੀ ਗਈ, ਪਰ 15 ਅਗਸਤ 1947 ਨੂੰ ਹੀ 10 ਮਹੀਨੇ ਪਹਿਲਾਂ ਆਜ਼ਾਦੀ ਕਿਉਂ ਦੇ ਦਿੱਤੀ? ਵਰਲਡ ਵਾਰ 2 ਤੋਂ ਬਾਅਦ ਬ੍ਰਿਟੇਨ ਵਿੱਚ ਨਵੀਂ ਸਰਕਾਰ ਆਉਣ ਤੇ ਉਹਨਾਂ ਨੇ ਇੰਡੀਆ ਨੂੰ ਆਜ਼ਾਦ ਕਰਨ ਬਾਰੇ ਸੋਚ ਲਿਆ, ਜਿਸ ਦੇ ਕੰਮ ਕਰ ਲਈ ਸੱਤਾ ਟ੍ਰਾਂਸਫਰ ਕਰਨ ਲਈ ਕਲੈਮੈਂਟ ਐਟਲੀ ਪ੍ਰਾਈਮ ਮਿਨਿਸਟਰ ਆਫ ਬ੍ਰਿਟੇਨ ਨੇ ਲੂਇਸ ਮਾਊਂਟਬੈਟਨ ਨੂੰ ਇੰਡੀਆ ਭੇਜਿਆ। ਪਰ ਐਟਲੀ ਦਾ ਮਾਊਂਟਬੈਟਨ ਨੂੰ ਕਹਿਣਾ ਸੀ ਕਿ ਭਾਰਤ ਦਾ ਬਟਵਾਰਾ ਨਾ ਹੋਵੇ, ਤੇ ਜਦੋਂ ਮਾਊਂਟਬੈਟਨ ਨੇ ਇੰਡੀਆ ਆ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਜੇਕਰ 6 ਜੂਨ 1948 ਤੱਕ ਇੰਡੀਆ ਨੂੰ ਪਾਵਰ ਟ੍ਰਾਂਸਫਰ ਕਰਨ ਲਈ ਰੁਕੇ ਤਾਂ ਕੋਈ ਪਾਵਰ ਬਚਣੀ ਹੀ ਨਹੀਂ ਜੋ ਟ੍ਰਾਂਸਫਰ ਕੀਤੀ ਜਾ ਸਕੇ, ਕਿਉਂਕਿ ਉਸ ਸਮੇਂ ਤੱਕ ਸਿਵਲ ਵਾਰ ਮਤਲਬ ਗ੍ਰਹਿ ਯੁੱਧ ਇੰਡੀਆ ਦੇ ਆਪਸੀ ਧਰਮਾਂ ਜਾਤਾਂ ਵਿੱਚ ਸ਼ੁਰੂ ਹੋ ਜਾਵੇਗਾ ਤੇ ਫਿਰ ਅਸੀਂ ਕਿਹਨੂੰ ਕਿਹੜੀ ਪਾਵਰ ਦੇਵਾਂਗੇ।
ਇਸ ਲਈ ਮਾਊਂਟਬੈਟਨ ਨੇ ਜਲਦੀ ਤੋਂ ਜਲਦੀ ਇੱਥੋਂ ਨਿਕਲਣ ਲਈ ਆਜ਼ਾਦੀ ਦੀ ਤਰੀਕ ਰੱਖਣ ਦੀ ਕੋਸ਼ਿਸ਼ ਕੀਤੀ। ਤੇ ਜੇਕਰ ਗੱਲ ਕਰੀਏ 15 ਅਗਸਤ ਹੀ ਤਰੀਕ ਕਿਉਂ ਰੱਖੀ ਗਈ, ਤਾਂ ਇਸ ਪਿੱਛੇ ਕਾਰਨ ਹੈ ਜਦੋਂ ਬ੍ਰਿਟੇਨ ਦੀ ਸਰਕਾਰ ਨੇ ਮਾਊਂਟਬੈਟਨ ਨੂੰ ਪੁੱਛਿਆ ਕਿ ਤੁਸੀਂ ਇੰਡੀਆ ਵਿੱਚ ਹੋ, ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਸਾਰਾ ਕੁਝ ਟ੍ਰਾਂਸਫਰ ਹੋ ਜਾਵੇਗਾ, ਤਾਂ ਮਾਊਂਟਬੈਟਨ ਨੇ ਕਿਹਾ ਕਿ ਹੁਣ ਜੂਨ ਚੱਲ ਰਿਹਾ ਹੈ ਤੇ ਅਗਸਤ ਸਤੰਬਰ ਤੱਕ ਸਾਰਾ ਕੁਝ ਟ੍ਰਾਂਸਫਰ ਹੋ ਜਾਵੇਗਾ, ਤੇ ਜੇ ਕੋਈ ਫਿਕਸ ਡੇਟ ਚੁਣਨੀ ਹੈ ਤਾਂ 15 ਅਗਸਤ ਰੱਖ ਲਵੋ। ਇਹ ਤਰੀਕ ਮਾਊਂਟਬੈਟਨ ਲਈ ਇਸ ਕਰਕੇ ਖਾਸ ਸੀ ਕਿਉਂਕਿ ਇਸ ਦਿਨ 1945 ਵਿੱਚ ਜਾਪਾਨ ਨੇ ਇੰਗਲੈਂਡ ਅੱਗੇ ਵਰਲਡ ਵਾਰ 2 ਦੌਰਾਨ ਸਰੈਂਡਰ ਕਰਕੇ ਵਰਲਡ ਵਾਰ 2 ਨੂੰ ਖਤਮ ਕੀਤਾ ਸੀ ਤੇ ਵਰਲਡ ਵਾਰ 2 ਸਮੇਂ ਮਾਊਂਟਬੈਟਨ ਉਸ ਕਮਾਂਡ ਦਾ ਲੀਡਰ ਸੀ ਜੋ ਜਾਪਾਨ ਤੋਂ ਸਰੈਂਡਰ ਲੈਂਦੇ ਸਮੇਂ ਉਸ ਸ਼ਿਪ ਤੇ ਮੌਜੂਦ ਸੀ ਜਿੱਥੇ ਸਰੈਂਡਰ ਦੇ ਕਾਗਜ਼ਾਂ ਤੇ ਸਾਈਨ ਹੋਏ। ਇਸ ਕਾਰਨ ਮਾਊਂਟਬੈਟਨ ਨੇ ਇੰਡੀਆ ਦੀ ਆਜ਼ਾਦੀ ਦੇ ਬਟਵਾਰੇ ਲਈ ਇਹ 15 ਅਗਸਤ 1947 ਵਾਲਾ ਦਿਨ ਚੁਣਿਆ। ਕਾਂਗਰਸ ਦੇ ਆਗੂ ਅਸਲ ਵਿੱਚ 26 ਜਨਵਰੀ ਆਜ਼ਾਦੀ ਦਾ ਦਿਨ ਰੱਖਣਾ ਚਾਹੁੰਦੇ ਸੀ ਪਰ ਉਹਨਾਂ ਦੇ ਹੱਥ ਵਿੱਚ ਨਹੀਂ ਸੀ, ਜਿਸ ਕਾਰਨ ਉਹਨਾਂ ਨੇ ਨਵੰਬਰ ਵਿੱਚ ਲਾਗੂ ਹੋਣ ਵਾਲੇ ਸੰਵਿਧਾਨ ਨੂੰ 26 ਜਨਵਰੀ ਵਾਲੇ ਦਿਨ ਰੱਖ ਦਿੱਤਾ। ਤੇ ਹੁਣ ਭਾਰਤ ਦੇ ਬਟਵਾਰੇ ਲਈ ਨਕਸ਼ਾ ਵੀ ਚਾਹੀਦਾ ਸੀ, ਜਿਸ ਲਈ ਇੰਗਲੈਂਡ ਦੇ ਇੱਕ ਨਿਰਪੱਖ ਜੱਜ ਸੈਰਿਲ ਰੈਡਕਲਿਫ ਨੂੰ ਚੁਣਿਆ ਗਿਆ। ਹਾਂਜੀ, ਭਾਰਤ ਦੇ ਪਾਕਿਸਤਾਨ ਨੂੰ ਅਲੱਗ ਕਰਨ ਵਾਲੀ ਬਰਬਾਦੀ ਦੀ ਲਾਈਨ ਸੈਰਿਲ ਰੈਡਕਲਿਫ ਨੇ ਹੀ ਖਿੱਚੀ ਸੀ, ਜਿਸ ਨੂੰ ਬ੍ਰਿਟੇਨ ਵਿੱਚ ਸਭ ਤੋਂ ਸੁਲਝਿਆ ਹੋਇਆ ਜੱਜ ਮੰਨਿਆ ਜਾਂਦਾ ਰਿਹਾ ਹੈ, ਜਿਸ ਕਾਰਨ ਮਾਊਂਟਬੈਟਨ ਨੇ ਇਸ ਨੂੰ ਭਾਰਤ ਬੁਲਾ ਕੇ ਇਹ ਨਕਸ਼ੇ ਬਣਾਉਣ ਵਾਲਾ ਕੰਮ ਸੌਂਪਿਆ। ਹੁਣ 8 ਜੁਲਾਈ 1947 ਦੀ ਤਰੀਕ ਨੂੰ ਰੈਡਕਲਿਫ ਭਾਰਤ ਆਉਂਦਾ ਹੈ। ਸੋ ਹੋ ਸਕਦਾ ਉਹ ਉੱਥੇ ਬਹੁਤ ਸੁਲਝਿਆ ਹੋਵੇ, ਉਸ ਨੂੰ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਹੋਵੇ, ਪਰ ਉਸ ਨੂੰ ਭਾਰਤ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਸੀ। ਨਾ ਹੀ ਉਸ ਨੂੰ ਹਿੰਦੂ ਮੁਸਲਿਮ ਬਾਰੇ ਪਤਾ ਸੀ, ਨਾ ਹੀ ਉਸ ਨੂੰ ਬੋਲੀ ਬਾਰੇ ਕੁਝ ਪਤਾ ਸੀ। ਸੋ ਧਾਰਮਿਕ ਸਾਧਨਾ ਭਾਰਤ ਵਿੱਚ ਬਹੁਤ ਹੀ ਮਾਇਨੇ ਰੱਖਦੀ ਹੈ ਹਰ ਕਿਸੇ ਲਈ, ਤੇ ਸੰਸਕ੍ਰਿਤੀ, ਭੂਗੋਲਿਕ ਤੇ ਪੋਲੀਟੀਕਲ ਇਸ਼ੂਜ਼ ਤੇ ਅਲੱਗ-ਅਲੱਗ ਭਾਸ਼ਾਵਾਂ ਜੋ ਬੋਲੀਆਂ ਜਾਂਦੀਆਂ ਨੇ ਇਹਨਾਂ ਬਾਰੇ ਉਸ ਨੂੰ ਕੁਝ ਵੀ ਨਹੀਂ ਪਤਾ ਸੀ। ਬਸ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਵੰਡ ਧਰਮ ਦੇ ਆਧਾਰ ਤੇ ਕਰਨੀ ਹੈ ਤੇ ਇਸ ਲਈ ਉਸ ਨੂੰ 2 ਹਿੰਦੂ ਤੇ 2 ਮੁਸਲਿਮ ਸਹਿਯੋਗੀ ਵੀ ਦਿੱਤੇ, ਪਰ ਮੁੱਖ ਫੈਸਲਾ ਰੈਡਕਲਿਫ ਦਾ ਹੋਣਾ ਸੀ। ਇਹ ਇੱਕ ਸਰਕਾਰੀ ਕੰਮ ਹੋਣ ਕਰਕੇ ਰੈਡਕਲਿਫ ਨੂੰ ਇਸ ਦੇ ਅੰਜਾਮ ਦੀ ਕੋਈ ਸਮਝ ਨਹੀਂ ਸੀ। ਜਿੱਥੇ ਜ਼ਿਆਦਾ ਮੁਸਲਿਮ ਰਹਿੰਦੇ ਸੀ ਉਸ ਇਲਾਕੇ ਨੂੰ ਰੈਡਕਲਿਫ ਨੇ ਪਾਕਿਸਤਾਨ ਵਿੱਚ ਮਿਲਾ ਦਿੱਤਾ, ਹਿੰਦੂਆਂ ਵਾਲੇ ਇਲਾਕੇ ਭਾਰਤ ਨਾਲ ਜੋੜ ਦਿੱਤੇ, ਜਿਸ ਦਾ ਨਤੀਜਾ ਨਿਕਲਿਆ ਲੱਖਾਂ ਲੋਕਾਂ ਦਾ ਬੇਘਰ ਹੋਣਾ ਤੇ ਲਾਸ਼ਾਂ ਹੀ ਲਾਸ਼ਾਂ। ਤੇ ਇਸ ਬਾਰੇ ਅੱਗੇ ਗੱਲ ਕਰਦੇ ਹਾਂ, ਪਰ ਪਹਿਲਾਂ ਤੁਹਾਨੂੰ ਦੱਸ ਦਈਏ ਕਿ 12 ਅਗਸਤ 1947 ਨੂੰ ਨਕਸ਼ਾ ਮਾਊਂਟਬੈਟਨ ਕੋਲ ਪਹੁੰਚ ਗਿਆ, ਪਰ ਮਾਊਂਟਬੈਟਨ ਨੇ ਇਸ ਨਕਸ਼ੇ ਨੂੰ 15 ਅਗਸਤ ਆਜ਼ਾਦੀ ਦੇ ਦਿਨ ਤੱਕ ਲੋਕਾਂ ਅੱਗੇ ਪੇਸ਼ ਨਹੀਂ ਕੀਤਾ। ਇਹ ਨਕਸ਼ਾ 17 ਅਗਸਤ 1947 ਨੂੰ ਲੋਕਾਂ ਅੱਗੇ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਦੰਗੇ ਸ਼ੁਰੂ ਹੋ ਗਏ ਤੇ ਰੈਡਕਲਿਫ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਰਾਤੋਂ ਰਾਤ ਜਹਾਜ਼ ਰਾਹੀਂ ਇੰਗਲੈਂਡ ਚਲਾ ਗਿਆ। ਉਸ ਨੇ ਆਪਣੀ ਤਨਖਾਹ ਦੇ 40,000 ਪਾਉਂਡ ਵੀ ਨਹੀਂ ਲਏ ਤੇ ਮੁੜ ਕੇ ਵਾਪਸ ਇੰਡੀਆ ਵੀ ਨਹੀਂ ਆਇਆ। ਪਰ 1971 ਵਿੱਚ ਇੱਕ ਪੱਤਰਕਾਰ ਕੁਲਦੀਪ ਨਾਇਰ ਜਦੋਂ ਰੈਡਕਲਿਫ ਨੂੰ ਮਿਲਿਆ ਤਾਂ ਇਸ ਨਕਸ਼ੇ ਬਾਰੇ ਉਸਨੇ ਉਸ ਨਾਲ ਗੱਲਬਾਤ ਕੀਤੀ ਤਾਂ ਰੈਡਕਲਿਫ ਨੇ ਦੱਸਿਆ ਕਿ ਮੇਰੇ ਕੋਲ ਸਿਰਫ 35-36 ਦਿਨ ਸੀ ਸਾਰੇ ਭਾਰਤ ਨੂੰ ਵੰਡਣ ਲਈ ਤੇ ਇਸ ਦੌਰਾਨ ਮੈਨੂੰ ਪੂਰੀ ਸਮੱਗਰੀ ਵੀ ਮੁਹੱਈਆ ਨਹੀਂ ਕਰਵਾਈ ਗਈ ਤੇ ਮੈਂ ਸਿਰਫ ਇੱਕ ਵਾਰ ਹੀ ਉਸ ਜਗ੍ਹਾ ਤੇ ਹਵਾਈ ਦੌਰਾ ਕੀਤਾ। ਇੰਨੇ ਘੱਟ ਸਮੇਂ ਵਿੱਚ ਮੈਂ ਇਸ ਤੋਂ ਵਧੀਆ ਕੁਝ ਹੋਰ ਨਹੀਂ ਕਰ ਸਕਦਾ ਸੀ। ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਲਾਹੌਰ ਵਿੱਚ ਜ਼ਿਆਦਾ ਗਿਣਤੀ ਹਿੰਦੂ ਤੇ ਸਿੱਖਾਂ ਦੀ ਹੈ, ਪਰ ਫਿਰ ਵੀ ਮੈਂ ਲਾਹੌਰ ਪਾਕਿਸਤਾਨ ਨੂੰ ਦਿੱਤਾ ਕਿਉਂਕਿ ਪਾਕਿਸਤਾਨ ਕੋਲ ਕਰਾਚੀ ਤੋਂ ਬਿਨਾਂ ਕੋਈ ਹੋਰ ਵੱਡਾ ਸ਼ਹਿਰ ਨਹੀਂ ਸੀ। ਇਸ ਲਈ ਪਾਕਿਸਤਾਨ ਮੇਰਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਦੂਜਾ, ਜੋ ਅਧਿਕਾਰੀ ਮੈਨੂੰ ਮੇਰੀ ਮਦਦ ਲਈ ਦਿੱਤੇ ਗਏ ਸੀ ਉਹਨਾਂ ਨੇ ਮੈਨੂੰ ਬਹੁਤ ਦੁਖੀ ਕੀਤਾ। ਕੋਈ ਕਹਿੰਦਾ ਸੀ ਕਿ ਸ਼ਿਮਲਾ ਸਾਨੂੰ ਪਾਕਿਸਤਾਨ ਵੱਲ ਦੇ ਦਿਓ, ਅਸੀਂ ਜਵਾਕਾਂ ਨਾਲ ਘੁੰਮਣ ਵੀ ਤਾਂ ਜਾਣਾ ਹੁੰਦਾ ਹੈ, ਤੇ ਕੋਈ ਕਹਿੰਦਾ ਸੀ ਕਿ ਇਹ ਸ਼ਹਿਰ ਸਾਨੂੰ ਭਾਰਤ ਵੱਲ ਦੇ ਦਿਓ, ਜਦ ਕਿ ਉਹ ਆਪਣੀਆਂ ਜਾਇਦਾਦਾਂ ਕਿੱਥੇ-ਕਿੱਥੇ ਹੋਣਗੀਆਂ ਇਹੀ ਡਿਸਾਈਡ ਕਰਨ ਵਿੱਚ ਲੱਗੇ ਹੋਏ ਸੀ। ਸੋ ਹੁਣ ਜੇ ਉਹ ਬੰਦਿਆਂ ਨੇ ਸਹੀ ਸਲਾਹ ਦਿੱਤੀ ਹੁੰਦੀ ਤਾਂ ਨਤੀਜੇ ਸ਼ਾਇਦ ਕੁਝ ਹੋਰ ਹੋਣੇ ਸੀ। ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਵੰਡ ਤੋਂ ਬਾਅਦ ਕੀ ਹੋਇਆ। ਜਿਨ੍ਹਾਂ ਨੇ ਆਪਣੇ ਖੋਏ ਨੇ ਇਹ ਉਹੀ ਸਮਝ ਸਕਦੇ ਨੇ। 15 ਅਗਸਤ ਦੀ ਸਵੇਰ ਬਹੁਤ ਹੀ ਵੀਰ ਯੋਧਿਆਂ ਦੀ ਮਿਹਨਤ ਤੋਂ ਬਾਅਦ ਆਈ ਸੀ, ਜਿਨ੍ਹਾਂ ਨੂੰ ਅਸੀਂ ਕਈ ਵਾਰੀ ਅੱਜ ਕੱਲ੍ਹ ਮਾੜਾ ਵੀ ਕਹਿ ਦਿੰਦੇ ਹਾਂ। ਇਸ ਬਾਰੇ ਉਹਨਾਂ ਨੇ ਬਹੁਤ ਮਿਹਨਤਾਂ ਕੀਤੀਆਂ ਸੀ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਦੋਂ ਇਹ ਦਿਨ ਆਉਣਾ ਹੈ ਤਾਂ ਇਹ ਇਤਿਹਾਸ ਦਾ ਕਾਲਾ ਦਿਨ ਵੀ ਸਾਬਤ ਹੋਵੇਗਾ। ਆਜ਼ਾਦੀ ਮਿਲਣ ਤੋਂ ਬਾਅਦ ਉਹ ਆਪਸ ਵਿੱਚ ਹੀ ਲੜਨ ਲੱਗ ਪਏ। ਅਸਲ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤ ਵੰਡ ਕੇ ਪਾਕਿਸਤਾਨ ਬਣ ਰਿਹਾ ਹੈ, ਜਿਸ ਦਾ ਕਾਰਨ ਮੁਸਲਿਮ ਨੇਤਾ ਜਿਨਾਹ ਏ। ਇਸ ਦੇ ਵਿਰੁੱਧ ਵਿੱਚ ਮੌਤਾਂ ਦੀ ਸ਼ੁਰੂਆਤ 6 ਅਗਸਤ 1947 ਨੂੰ ਹੋਈ, ਜਦੋਂ ਅੰਮ੍ਰਿਤਸਰ ਵਿੱਚ 60 ਮੁਸਲਿਮ ਲੋਕਾਂ ਦਾ ਕਤਲੇਆਮ ਕਰ ਦਿੱਤਾ ਗਿਆ ਤੇ 8 ਅਗਸਤ 1947 ਨੂੰ ਜਲਾਲਾਬਾਦ ਵੱਲ 50 ਸਿੱਖਾਂ
ਦਾ ਕਤਲ ਕਰ ਦਿੱਤਾ ਗਿਆ। ਇਹ ਖੂਨ ਖਰਾਬਾ ਹੁਣ ਹਰ ਰੋਜ਼ ਹੋਣ ਲੱਗਿਆ ਤੇ ਦਿਨ ਬ ਦਿਨ ਵਧਣ ਲੱਗਿਆ। ਦਿੱਲੀ ਤੋਂ ਲਾਹੌਰ ਨੂੰ ਚੱਲਣ ਵਾਲੀ ਰੇਲ ਵਿੱਚ ਪਾਕਿਸਤਾਨ ਜਾਣ ਵਾਲੇ ਲੋਕ ਤੇ ਕੁਝ ਅਧਿਕਾਰੀ ਜਾ ਰਹੇ ਸੀ, ਜਿਸ ਤੇ ਪਟਿਆਲਾ ਪਹੁੰਚਣ ਉੱਤੇ ਹਮਲਾ ਹੋ ਗਿਆ। ਇਹ ਕਿਸੇ ਰੇਲ ਤੇ ਹੋਣ ਵਾਲਾ ਪਹਿਲਾ ਹਮਲਾ ਸੀ। ਇਸ ਵਿੱਚ ਕਾਫੀ ਮੌਤਾਂ ਹੋਈਆਂ। ਜਦੋਂ ਇਹ ਖਬਰ ਲਾਹੌਰ ਪਹੁੰਚੀ ਤਾਂ ਇਸ ਦਾ ਬਦਲਾ ਲੈਣ ਦਾ ਪਲਾਨ ਬਣਾਇਆ ਗਿਆ। ਇਹ ਬਦਲਾ ਲਿਆ ਗਿਆ ਅੰਮ੍ਰਿਤਸਰ ਆਉਣ ਵਾਲੀ ਪਹਿਲੀ ਰੇਲ ਤੋਂ। ਇਹ ਰੇਲ ਜਦੋਂ ਅੰਮ੍ਰਿਤਸਰ ਪਹੁੰਚੀ ਤਾਂ ਇਸ ਵਿੱਚ ਕੋਈ ਜਿਉਂਦਾ ਇਨਸਾਨ ਨਹੀਂ ਪਹੁੰਚਿਆ। ਸਾਰੀ ਰੇਲ ਲਾਸ਼ਾਂ ਨਾਲ ਭਰੀ ਹੋਈ ਆਈ। ਹੁਣ ਦਿਨ ਆਉਂਦਾ ਹੈ 15 ਅਗਸਤ 1947 ਦੀ ਸ਼ਾਮ ਦਾ, ਜਦੋਂ ਇੱਕ ਰੇਲ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚੀ ਜਿਸ ਵਿੱਚ ਲਾਸ਼ਾਂ ਹੀ ਲਾਸ਼ਾਂ ਸੀ ਤੇ ਇਹ ਰੇਲ ਦੇ ਪਿਛਲੇ ਡੱਬੇ ਤੇ ਲਿਖਿਆ ਦੇਖ ਸਭ ਹੈਰਾਨ ਹੋ ਗਏ। ਇਸ ਤੇ ਲਿਖਿਆ ਸੀ ਪਟੇਲ ਔਰ ਨਹਿਰੂ ਕੇ लिए ਆਜ਼ਾਦੀ का ਤੋਹਫਾ। ਇਹ ਰੇਲਾਂ ਵਿੱਚ ਮਾਰਨ ਵਾਲਾ ਦੌਰ ਕਾਫੀ ਦਿਨ ਤੱਕ ਚੱਲਿਆ। ਇਸ ਵੰਡ ਵਿੱਚ 1 ਲੱਖ ਦੇ ਕਰੀਬ ਔਰਤਾਂ ਦੀ ਇੱਜ਼ਤ ਨਾਲ ਖਿਲਵਾੜ ਹੋਇਆ। ਤਕਰੀਬਨ 1 ਕਰੋੜ 45 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ। ਸੋ ਇੰਨਾ ਕਿ ਇਹ ਕਤਲੇਆਮ ਦੱਸਣਾ ਕਾਫੀ ਹੋਵੇਗਾ ਕਿ ਵੰਡ ਕਿੰਨੀ ਦਰਦਨਾਕ ਰਹੀ ਹੋਵੇਗੀ। ਸੋ ਅਸੀਂ ਤਾਂ 5 ਮਿੰਟ ਇਹ ਚੀਜ਼ ਸੋਚ ਲਾਂਗੇ ਕਿ ਹਾਂ ਬਹੁਤ ਦਰਦਨਾਕ ਹੋਵੇਗੀ, ਪਰ ਜਿਨ੍ਹਾਂ ਤੇ ਬੀਤੀ ਹੈ ਉਹ ਹਲੇ ਤੱਕ ਵੀ ਇਸ ਨੂੰ ਨਹੀਂ ਭੁੱਲ ਸਕੇ। ਬੇਸ਼ੱਕ ਉਹ 47 ਹੋਵੇ ਜਾਂ 84 ਹੋਵੇ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਹਮਲਾ ਹੋਵੇ, ਦੁੱਖ ਉਸ ਨੂੰ ਹੀ ਪਤਾ ਹੁੰਦਾ ਹੈ ਜਿਹਦੇ ਨਾਲ ਬੀਤਦਾ ਹੈ। ਸੋ ਇਹ ਵੰਡ ਬੇਸ਼ੱਕ ਉਸ ਸਮੇਂ ਨੇਤਾਵਾਂ ਲਈ ਖੁਸ਼ ਕਰਨ ਵਾਲੀ ਰਹੀ ਹੋਵੇਗੀ, ਪਰ ਆਮ ਲੋਕ ਜਿਨ੍ਹਾਂ ਦੇ ਘਰ ਪਰਿਵਾਰ ਦੂਜੇ ਪਾਸੇ ਰਹਿ ਗਏ ਉਹਨਾਂ ਲਈ ਇਹ ਕਾਲਾ ਦਿਨ ਹੀ ਰਹੇਗਾ। ਅਸੀਂ ਸੋਚ ਵੀ ਨਹੀਂ ਸਕਦੇ ਕਿ ਕਿਵੇਂ ਹਿੰਦੂ ਮੁਸਲਿਮ ਸਿੱਖ ਦੋਸਤ ਵਿਛੜੇ, ਰਿਸ਼ਤੇਦਾਰ ਵਿਛੜੇ, ਮਾਂ ਪੁੱਤ ਵਿਛੜ ਗਏ, ਭੈਣ ਭਰਾ ਚਾਚੇ ਤਾਏ ਕੁਝ ਬਾਰਡਰ ਦੇ ਉਸ ਪਾਰ ਰਹਿ ਗਏ ਤੇ ਕੁਝ ਤਾਰ ਦੇ ਇਸ ਪਾਸੇ। ਇਸ ਤਰ੍ਹਾਂ ਦੀ ਆਜ਼ਾਦੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੇ ਹੋਰ ਵੀਰ ਯੋਧਿਆਂ ਨੇ ਨਹੀਂ ਸੋਚੀ ਹੋਵੇਗੀ। ਤੇ ਹੁਣ ਗੱਲ ਕਰਦੇ ਹਾਂ ਇਸ ਵੰਡ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕੀ ਕੀ ਦਿੱਤਾ, ਕਿਉਂਕਿ ਜਦੋਂ ਦੇਸ਼ ਦੀ ਵੰਡ ਹੋ ਗਈ ਤਾਂ ਦੇਸ਼ ਦੀਆਂ ਚੀਜ਼ਾਂ ਦੀਆਂ ਵੀ ਵੰਡੀਆਂ ਪੈਣੀਆਂ ਸੀ ਤੇ ਇਹ ਬਟਵਾਰਾ 80-20% ਦੇ ਹਿਸਾਬ ਨਾਲ ਹੋਇਆ, ਕਿਉਂਕਿ ਉਸ ਸਮੇਂ ਦੇਸ਼ ਦੀ 20% ਜਨਸੰਖਿਆ ਹੀ ਪਾਕਿਸਤਾਨ ਵਿੱਚ ਜਾ ਰਹੀ ਸੀ। ਇਹ ਕੰਮ ਲਈ 2 ਅਧਿਕਾਰੀ ਚੁਣੇ ਗਏ, ਇੱਕ HM ਪਟੇਲ ਤੇ ਦੂਜਾ ਮੁਹੰਮਦ ਅਲੀ। ਇਹਨਾਂ ਨੇ ਸਾਰੇ ਸਮਾਨ ਦੀ ਲਿਸਟ ਤਿਆਰ ਕਰਕੇ ਮਾਊਂਟ ਬੈਟਨ ਨੂੰ ਭੇਜਣੀ ਹੁੰਦੀ ਤੇ ਇਹ ਸਮਾਨ ਕਿਵੇਂ ਵੰਡਿਆ ਗਿਆ ਤੁਹਾਨੂੰ ਦੱਸਦੇ ਹਾਂ। ਭਾਰਤ ਦੀਆਂ ਬੈਂਕਾਂ ਦਾ ਪੈਸਾ ਤੇ ਅੰਗਰੇਜ਼ਾਂ ਤੋਂ ਮਿਲੇ ਪੈਸੇ ਵਿੱਚੋਂ 17.5% ਪਾਕਿਸਤਾਨ ਨੂੰ ਦਿੱਤਾ ਗਿਆ ਤੇ ਇਹ ਇਸ ਦੇ ਬਦਲੇ ਲਿਆ ਗਿਆ ਕਿ ਪਾਕਿਸਤਾਨ ਭਾਰਤ ਤੋਂ ਲਏ ਗਏ ਕਰਜ਼ੇ ਦਾ 17.5% ਹਿੱਸਾ ਵਾਪਸ ਕਰੇਗਾ ਤੇ ਭਾਰਤ ਵਿੱਚ ਪਈ ਅਚਲ ਮਤਲਬ ਸਰਕਾਰੀ ਜਾਇਦਾਦ ਦਾ 20% ਹਿੱਸਾ ਪਾਕਿਸਤਾਨ ਨੂੰ ਦੇਵੇਗਾ। ਇਸ ਤੋਂ ਬਾਅਦ ਸਾਰੇ ਭਾਰਤ ਵਿੱਚ ਹਰ ਚੀਜ਼ 20-80% ਦੀ ਰੇਸ਼ੋ ਨਾਲ ਵੰਡੀ ਜਾਣ ਲੱਗੀ। ਸਰਕਾਰੀ ਦਫ਼ਤਰਾਂ ਦੀਆਂ ਕੁਰਸੀਆਂ, ਮੇਜ਼, ਟਾਈਪਰਾਈਟਰ, ਪੈਨ, ਪੈਨਸਲਾਂ ਸਾਰਾ ਕੁਝ 20-80 ਵਿੱਚ ਵੰਡਿਆ ਗਿਆ, ਪਰ ਸ਼ਰਾਬ ਦੀ ਵੰਡ ਨਹੀਂ ਕੀਤੀ ਗਈ। ਇਹ ਸਾਰੀ ਭਾਰਤ ਨੂੰ ਦੇ ਕੇ ਇਸ ਦੇ ਬਦਲੇ ਕੁਝ ਪੈਸੇ ਲੈ ਲਏ ਗਏ। ਭਾਰਤ ਦੀਆਂ 18,077 ਮੀਲ ਸੜਕਾਂ ਵਿੱਚੋਂ 4913 ਮੀਲ ਪਾਕਿਸਤਾਨ ਦੇ ਹਿੱਸੇ ਆਈਆਂ। 26,421 ਮੀਲ ਦੀ ਰੇਲ ਲਾਈਨ ਵਿੱਚੋਂ 7,112 ਮੀਲ ਪਾਕਿਸਤਾਨ ਦੇ ਹਿੱਸੇ ਗਈ। ਇਸ ਤੋਂ ਬਾਅਦ ਇਹਨਾਂ ਦੇ ਮਹਿਕਮੇ ਦੇ ਬਲਡੋਜ਼ਰ ਤੇ ਹੋਰ ਮਸ਼ੀਨਾਂ ਵੀ ਇਸੇ ਤਰ੍ਹਾਂ ਵੰਡੀਆਂ ਗਈਆਂ ਤੇ ਹੁਣ ਲਾਇਬ੍ਰੇਰੀ 'ਚ ਪਈਆਂ ਕਿਤਾਬਾਂ ਦੀ ਵੰਡਣ ਦੀ ਵਾਰੀ ਆਈ, ਜਿੱਥੇ ਬਹੁਤ ਸਾਰੀਆਂ ਕਿਤਾਬਾਂ ਵੰਡ ਲਈਆਂ ਗਈਆਂ ਪਰ ਸ਼ਬਦਕੋਸ਼ ਨੂੰ ਅੱਧਾ ਪਾੜ ਕੇ ਵੰਡ ਲਿਆ ਗਿਆ। ਪਰ ਹੁਣ ਇਸ ਤੋਂ ਬਾਅਦ ਇੰਟੈਲੀਜੈਂਸ ਵਿਭਾਗ ਨੂੰ ਨਹੀਂ ਵੰਡਿਆ ਗਿਆ, ਕਿਉਂਕਿ ਭਾਰਤ ਦੇ ਹੋਮ ਮਿਨਿਸਟਰ ਵਿਭਾਗ ਨੇ ਇਸ ਨੂੰ ਪਾਕਿਸਤਾਨ ਨਾਲ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਇੰਟੈਲੀਜੈਂਸ ਹਰ ਇੱਕ ਦੇਸ਼ ਲਈ ਬਹੁਤ ਹੀ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੁੰਦੀ ਹੈ। ਤੇ ਹੁਣ ਜਦੋਂ ਪਾਕਿਸਤਾਨ ਨਵਾਂ ਦੇਸ਼ ਬਣਿਆ ਤਾਂ ਇਸ ਲਈ ਅਲੱਗ ਤੋਂ ਕਰੰਸੀ ਵੀ ਚਾਹੀਦੀ ਸੀ। ਉਸ ਸਮੇਂ ਭਾਰਤ ਵਿੱਚ ਇੱਕ ਹੀ ਮਸ਼ੀਨ ਸੀ ਜੋ ਕਿ ਕਰੰਸੀ ਛਾਪਦੀ ਸੀ, ਜਿਸ ਨੂੰ ਪਾਕਿਸਤਾਨ ਨਾਲ ਸਾਂਝਾ ਨਹੀਂ ਕੀਤਾ ਗਿਆ। ਇਸ ਦਾ ਹੱਲ ਪਾਕਿਸਤਾਨ ਨੇ ਭਾਰਤ ਦੀ ਕਰੰਸੀ ਤੇ ਹੀ ਪਾਕਿਸਤਾਨ ਦੀ ਮੋਹਰ ਲਾ ਕੇ ਕੰਮ ਚਲਾਇਆ ਤੇ ਹੁਣ ਸਭ ਤੋਂ ਨਾਟਕੀ ਤਰੀਕੇ ਨਾਲ ਵੰਡ ਹੋਈ ਵਾਇਸਰਾਏ ਦੇ ਅਸਤਬਲ ਵਿੱਚ ਖੜੀ ਘੋੜਾ ਗੱਡੀਆਂ ਦੀ, ਜਿਸ ਤੇ ਵਾਇਸਰਾਏ ਦੇ ਮਹਿਮਾਨਾਂ ਨੂੰ ਦਿੱਲੀ ਦਰਸ਼ਨ ਕਰਵਾਏ ਜਾਂਦੇ ਸੀ। ਇੱਥੇ 12 ਘੋੜਾ ਗੱਡੀਆਂ ਸੀ ਜਿਨ੍ਹਾਂ ਤੇ ਸੋਨੇ ਚਾਂਦੀ ਦੀ ਸਜਾਵਟ ਕੀਤੀ ਹੋਈ ਸੀ, ਜਿਨ੍ਹਾਂ ਵਿੱਚ 6 ਗੱਡੀਆਂ ਸੁਨਹਿਰੀਆਂ ਵਧੀਆ ਤਿਆਰ ਸਨ ਤੇ 6 ਸਿੰਪਲ ਸੀ ਤੇ ਇਹਨਾਂ ਦੀ ਵੰਡ ਇੱਕ ਅੰਗਰੇਜ਼ ਅਫਸਰ ਨੇ ਟੌਸ ਕਰਨ ਦੀ ਸਲਾਹ ਦਿੱਤੀ ਤੇ ਜਦੋਂ ਇਹ ਸਿੱਕਾ ਫਰਸ਼ ਤੇ ਡਿੱਗਿਆ ਤਾਂ ਇੰਡੀਆ ਦੇ ਮੇਜਰ ਨੇ ਖੁਸ਼ ਹੋ ਕੇ ਛਾਲ ਮਾਰੀ, ਕਿਉਂਕਿ ਸੁਨਹਿਰੀ ਘੋੜਾ ਗੱਡੀਆਂ ਭਾਰਤ ਦੇ ਹਿੱਸੇ ਆ ਗਈਆਂ ਸੀ। ਤੇ ਇਸ ਤੋਂ ਬਾਅਦ ਸਭ ਤੋਂ ਜ਼ਰੂਰੀ ਤੇ ਮਹੱਤਵਪੂਰਨ ਵੰਡ ਹੋਈ ਦੇਸ਼ ਦੇ ਫੌਜੀ ਜਵਾਨਾਂ ਦੀ, ਜਿਨ੍ਹਾਂ ਵਿੱਚ 2.3 ਭਾਰਤ ਦੇ ਹਿੱਸੇ ਤੇ 1.3 ਪਾਕਿਸਤਾਨ ਦੇ ਹਿੱਸੇ ਜਾਣੇ ਸੀ। ਸਾਰੇ ਫੌਜੀਆਂ ਨੂੰ ਇੱਕ ਫਾਰਮ ਭਰਨ ਲਈ ਦਿੱਤਾ ਗਿਆ
ਜਿਸ ਵਿੱਚ ਜਿਸ ਕਿਸੇ ਨੇ ਵੀ ਭਾਰਤ ਰਹਿਣਾ ਹੈ ਉਹ ਰਹਿ ਸਕਦਾ ਹੈ ਤੇ ਜਿਹਨੇ ਪਾਕਿਸਤਾਨ ਜਾਣਾ ਹੈ ਉਹ ਜਾ ਸਕਦਾ ਹੈ। ਸੋ ਇੱਥੇ ਦੁਵਿਧਾ ਇਹ ਸੀ ਕਿ ਜਿਨ੍ਹਾਂ ਮੁਸਲਿਮ ਫੌਜੀਆਂ ਦੀਆਂ ਜ਼ਮੀਨਾਂ ਤੇ ਘਰ ਭਾਰਤ ਵਿੱਚ ਸੀ ਉਹ ਪਾਕਿਸਤਾਨ ਤਾਂ ਜਾਣਾ ਚਾਹੁੰਦੇ ਸੀ ਪਰ ਉਹ ਫਸ ਗਏ, ਤੇ ਜਿਨ੍ਹਾਂ ਹਿੰਦੂਆਂ ਦੇ ਘਰ ਪਾਕਿਸਤਾਨ ਵਿੱਚ ਸੀ ਉਹ ਭਾਰਤ ਤਾਂ ਜਾਣਾ ਚਾਹੁੰਦੇ ਸੀ ਪਰ ਉਹ ਫਸ ਗਏ। ਸੋ ਇਸ ਤਰ੍ਹਾਂ ਫੌਜ ਦੀ ਵੰਡ ਤਾਂ ਹੋ ਗਈ, ਪਰ ਜੋ ਫੌਜੀ ਕੁਝ ਦਿਨ ਪਹਿਲਾਂ ਦੋਸਤ ਸੀ ਉਹ ਵੰਡ ਦੇ ਕਾਰਨ ਆਪਣੇ ਆਪ ਦੂਜੇ ਫੌਜੀਆਂ ਦੇ ਦੁਸ਼ਮਣ ਬਣ ਗਏ। ਇਹ ਸਭ ਬਾਅਦ ਵਿੱਚ ਦੇਖਣ ਨੂੰ ਵੀ ਮਿਲਿਆ ਜਦੋਂ 65 ਤੇ 71 ਦੀ ਲੜਾਈ ਵਿੱਚ ਇੱਕੋ ਬਟਾਲੀਅਨ ਦੇ ਫੌਜੀ ਆਪਸ ਵਿੱਚ ਲੜੇ ਸੀ। ਸੋ ਇਹ ਬਹੁਤ ਹੀ ਦੁਖਦਾਇਕ ਵੰਡ ਸੀ ਜਿਸ ਨੇ ਕਿੰਨੇ ਹੀ ਘਰ ਬਰਬਾਦ ਕਰ ਦਿੱਤੇ, ਤੇ ਆਜ਼ਾਦੀ ਤੋਂ ਬਾਅਦ ਕੀ ਕੁਝ ਬਦਲਿਆ ਇਹ ਤੁਸੀਂ ਦੇਖ ਸਕਦੇ ਹੋ। ਇਸ ਵੰਡ ਵਿੱਚ ਪੰਜਾਬ ਦਾ 25.8% ਹਿੱਸਾ ਪਾਕਿਸਤਾਨ ਵਿੱਚ ਚਲੇ ਗਿਆ, ਜਿਸ ਵਿੱਚ ਸਾਡੇ ਧਾਰਮਿਕ ਸਥਾਨ ਵੀ ਉਸ ਪਾਸੇ ਰਹਿ ਗਏ, ਜਿਵੇਂ ਕਿ ਨਨਕਾਣਾ ਸਾਹਿਬ ਉਹਨਾਂ ਵਿੱਚੋਂ ਇੱਕ ਹੈ। ਇਸ ਵੰਡ ਵਿੱਚ 20 ਲੱਖ ਤੋਂ ਵੱਧ ਮੌਤਾਂ ਹੋਈਆਂ ਸੀ, ਪਰ ਦੱਸਿਆ ਜਾਂਦਾ ਹੈ ਕਿ ਉਹਨਾਂ ਵਿੱਚੋਂ 8 ਤੋਂ 10 ਲੱਖ ਪੰਜਾਬੀ ਮੰਨੇ ਜਾਂਦੇ ਨੇ। ਸੋ ਇਸ ਕਰਕੇ ਅੱਜ ਵੀ ਜਦੋਂ ਅਸੀਂ ਬਜ਼ੁਰਗਾਂ ਨਾਲ 15 ਅਗਸਤ 1947 ਦੀ ਗੱਲ ਕਰਦੇ ਹਾਂ ਤਾਂ ਉਹ ਇਸ ਨੂੰ ਆਜ਼ਾਦੀ ਤੋਂ ਪਹਿਲਾਂ ਹੱਲਿਆਂ ਵਾਲਾ ਸਾਲ ਕਹਿ ਕੇ ਯਾਦ ਕਰਦੇ ਨੇ। ਸੋ ਹੁਣ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਹੋਵੇਗਾ ਕਿ ਸਾਨੂੰ ਜੋ ਵੀ ਅੱਜ ਆਜ਼ਾਦੀ ਮਿਲੀ ਹੈ ਇਹ ਕਿੰਨੀ ਮੁਸ਼ਕਲ ਤੇ ਕਿੰਨੇ ਦਰਦਨਾਕ ਸਮੇਂ ਦੇਖਣ ਤੋਂ ਬਾਅਦ ਮਿਲੀ ਹੈ, ਤੇ ਜਿਨ੍ਹਾਂ ਨੇ ਆਜ਼ਾਦੀ ਲਈ ਆਪਣੀ ਜਾਨ ਲਿਖੇ ਲਾਤੀ ਸੋ ਉਹਨਾਂ ਕਰਕੇ ਹੀ ਸਹੀ। ਸੋ ਇਸ ਦੀ ਥੋੜੀ ਕਦਰ ਕਰਿਆ ਕਰੋ। ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਅਸੀਂ ਧਰਮਾਂ ਤੇ ਜਾਤਾਂ ਤੋਂ ਉੱਤੇ ਉੱਠ ਕੇ ਤਰੱਕੀ ਕਰੀਏ, ਤੇ ਇਹ ਤਾਂ ਹੀ ਹੋ ਸਕਦਾ ਜੇ ਸਾਡੇ ਲੀਡਰ ਵੀ ਵਧੀਆ ਹੋਣ। ਸਰਦਾਰ ਭਗਤ ਸਿੰਘ ਨੇ ਕਿਹਾ ਸੀ ਕਿ ਆਈਡੀਓਲੋਜੀ ਵਿਚਾਰਧਾਰਾ ਚੰਗੀ ਤੇ ਸਹੀ ਹੋਣੀ ਚਾਹੀਦੀ ਹੈ, ਨਹੀਂ ਗਲਤ ਵਿਚਾਰਧਾਰਾ ਨਾਲ ਜੋ ਆਜ਼ਾਦੀ ਮਿਲੇਗੀ ਜਾਂ ਜਿੱਤ ਵੀ ਕਹਿ ਸਕਦੇ ਹੋ ਉਹ ਇਸ ਗੁਲਾਮੀ ਤੋਂ ਵੱਧ ਡਰਾਵਨੀ ਹੋਵੇਗੀ। ਸੋ ਆਸ ਕਰਦੇ ਹਾਂ ਕਿ ਸਰਕਾਰਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਹਰ ਕਿਸੇ ਨੂੰ ਉੱਦਾਂ ਦਾ ਵਾਤਾਵਰਣ ਦੇਣ ਜਿੱਦਾਂ ਦਾ ਉਹ ਇਨਸਾਨ ਨੂੰ ਆਪਣੇ ਕੰਮ ਲਈ ਚਾਹੀਦਾ ਹੈ, ਤਾਂ ਜੋ ਅਸੀਂ ਬਾਹਰਲੇ ਦੇਸ਼ਾਂ ਨਾਲ ਕੰਪੀਟ ਕਰ ਸਕੀਏ। ਸੋ ਅਸੀਂ ਤਾਂ ਬਸ ਇਹੀ ਕਹਿ ਸਕਦੇ ਹਾਂ ਕਿ ਇਹ ਬਦਲਾਅ ਜਲਦ ਆਵੇ। ਸੋ 15 ਅਗਸਤ ਦੀਆਂ ਇੱਕ ਵਾਰੀ ਤੁਹਾਨੂੰ ਫੇਰ ਤੋਂ ਬਹੁਤ-ਬਹੁਤ ਮੁਬਾਰਕਾਂ। ਜੇਕਰ ਤੁਹਾਨੂੰ ਐਡੀਟਿੰਗ ਆਉਂਦੀ ਹੈ ਤਾਂ ਸਾਨੂੰ ਸਾਡੀ ਕੋਈ ਵੀ ਵੀਡੀਓ ਦੀ 1 ਮਿੰਟ ਦੀ ਕਲਿੱਪ ਨੂੰ ਕੱਟ ਕੇ ਉਸ ਨੂੰ ਆਪਦੇ ਵੱਲੋਂ ਬਣਾ ਕੇ ਸਾਨੂੰ ਈਮੇਲ ਜਾਂ WhatsApp ਤੇ ਡਾਕੂਮੈਂਟ ਬਣਾ ਕੇ ਭੇਜ ਸਕਦੇ ਹੋ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਬਾਹਰਲੇ ਮੁਲਕ ਤਰੱਕੀ ਕਿਉਂ ਕਰ ਰਹੇ ਨੇ ਜਦ ਕਿ ਕਈ ਮੁਲਕ ਸਾਡੇ ਬਾਅਦ ਵਿੱਚ ਆਜ਼ਾਦ ਹੋ ਕੇ ਵੀ ਸਾਤੋਂ ਉੱਤੇ ਲੰਘੇ ਨੇ। ਹਰ ਕਿਸੇ ਦਾ ਅਲੱਗ-ਅਲੱਗ ਪੁਆਇੰਟ ਆਫ ਵਿਊ ਹੋ ਸਕਦਾ ਹੈ, ਪਰ ਤੁਸੀਂ ਆਪਣੇ ਕਮੈਂਟਾਂ ਵਿੱਚ ਕੋਈ ਇੱਕ ਰਾਏ ਜ਼ਰੂਰ ਦਿਓ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਟਵਿੱਟਰ, ਇੰਸਟਾ ਤੇ ਫੇਸਬੁੱਕ ਉੱਤੇ ਫੋਲੋ ਜ਼ਰੂਰ ਕਰ ਲਿਓ। ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।